ਆਮ ਤੌਰ ਤੇ ਅਸੀਂ ਵੱਡੇ ਦਿਨ ਤੇ, ਈਸਟਰ ਤੇ, ਗੁੱਡ ਫਰਾਈਡੇ, ਆਪਣੇ ਪਿਆਰ ਦੀ ਈਦ, ਇਦਾਂ ਦੇ ਮੌਕਿਆਂ ਤੇ ਇਕੱਠੇ ਹੁੰਦੇ ਆ। ਜਦੋਂ ਅਸੀਂ ਇਦਾਂ ਕਰਦੇ ਆ, ਜੋ ਬਾਕੀ ਦਾ ਜੋ ਗੈਪ ਹੈ ਉਹਦੇ ਵੱਲ ਅਸੀਂ ਨਹੀਂ ਵੇਖਦੇ। ਜੋ ਬਾਕੀ ਦਾ ਵਿੱਚ ਗੈਪ ਆ, ਵੱਡੇ ਦਿਨ ਤੋਂ ਬਾਅਦ ਈਸਟਰ ਹੁੰਦਾ ਆ, 4 ਮਹੀਨਿਆਂ ਦਾ ਗੈਪ ਆ, ਅਸੀਂ ਵੀ ਗਾਇਬ ਹੋ ਜਾਂਦੇ ਸ਼ਾਇਦ। ਉਸ ਤੋਂ ਬਾਅਦ ਫਿਰ ਅੱਗੇ ਮਾਂ ਮਰੀਮ ਦੀ ਈਦ ਆ ਗਈ, ਫਿਰ 3-4 ਮਹੀਨੇ ਨਿਕਲ ਜਾਂਦੇ ਆ। ਹੁਣ ਅੱਗੇ ਫਿਰ 3-4 ਮਹੀਨੇ ਨਿਕਲ ਜਾਣੇ ਆ, ਵਿੱਚ ਗੈਪ ਪਾ ਕੇ ਹੁੰਦੇ। ਚੰਗੀ ਤਰ੍ਹਾਂ ਰੈਸਟ ਕਰਕੇ ਵੀ ਥੱਕ ਗਏ ਆ, ਦੁਆ ਕਰ ਕਰਕੇ ਸ਼ਾਇਦ ਥੱਕ ਗਏ ਆ, ਚਲੋ ਰੈਸਟ ਕਰ ਲਓ, 2-4 ਮਹੀਨੇ ਬਾਅਦ ਫਿਰ ਆਵਾਂਗੇ। ਹਾਲੇਲੂਇਆ, ਹਾਲੇਲੂਇਆ। ਕਈ ਭੈਣ ਭਰਾ ਹੋ ਸਕਦਾ ਮਾਫ ਕਰਨਾ, ਇਹ ਸਾਰੀਆਂ ਗੱਲਾਂ ਸਾਡੇ ਵਿੱਚ ਹੁੰਦੀਆਂ ਵਾ, ਗਰਮੀ ਦੇ ਕਰਕੇ ਨਹੀਂ ਆਉਂਦੇ। ਗਰਮੀ ਇੰਨੀ ਵੀ ਨਹੀਂ ਹੈ ਕਿ ਆਪਾਂ ਪਿਘਲ ਜਾਈਏ, ਇੰਨੀ ਗਰਮੀ ਹੈ ਕਿ ਆਪਾਂ ਪਿਘਲ ਜਾਂਦੇ ਆ, ਨਹੀਂ। ਤੁਹਾਡੇ ਨਾਲ ਜ਼ਿਆਦਾ ਗਰਮੀ ਮੈਨੂੰ ਲੱਗਣੀ ਚਾਹੀਦੀ ਆ, ਹੈ ਨਾ। ਫਾਦਰ ਨੂੰ ਨਾ, ਫਾਦਰ ਬਹਿੰਦਾ ਜਦੋਂ ਪਾਠ ਪੜੀਦਾ ਉਦੋਂ 2 ਮਿੰਟ ਦਾ ਪਾਠ ਹੁੰਦਾ, 2 ਮਿੰਟ ਜਾਂ 4 ਮਿੰਟ, ਇੰਨਾ ਕੀ ਟਾਈਮ ਫਾਦਰ ਬੈਠਦਾ ਆ। ਬਾਕੀ ਸਾਰਾ ਸਮਾਂ 1 ਘੰਟਾ ਜਾਂ 1.5 ਘੰਟਾ ਜਾਂ 2 ਘੰਟੇ ਫਾਦਰ ਖੜਾ ਰਹਿੰਦਾ ਆ। ਕਿਉਂਕਿ ਫਾਦਰ ਦੀ ਆਦਤ ਹੈ, ਡਿਊਟੀ ਹੈ, ਫਾਦਰ ਦਾ ਫਰਜ਼ ਹੈ। ਇਸ ਤਰ੍ਹਾਂ ਨਹੀਂ, ਜੋ ਜਿਸਦਾ ਜੋ ਫਰਜ਼ ਹੈ ਉਸਨੇ ਆਪਣਾ ਫਰਜ਼ ਈਮਾਨਦਾਰੀ ਨਾਲ ਜਦੋਂ ਵੀ ਨਿਭਾਇਆ, ਉਦੋਂ ਹੀ ਖੁਦਾ ਨੇ ਉਸਨੂੰ ਉਸੇ ਲਹਿਜ਼ੇ ਨਾਲ, ਉਸੇ ਤਰੀਕੇ ਨਾਲ ਬਰਕਤ ਦੇਣੀ ਹੈ, ਉਸਦਾ ਫਲ ਪ੍ਰਦਾਨ ਕਰਨਾ ਹੈ। ਹਾਲੇਲੂਇਆ, ਯਿਸੂ ਦੀ ਵਡਿਆਈ ਹੋਵੇ, ਯਿਸੂ ਦਾ ਧੰਨਵਾਦ ਹੋਵੇ। ਮੇਰੇ ਪਿਆਰਿਓ, ਬਹੁਤ ਸਾਰੀਆਂ ਗੱਲਾਂ ਆ ਜਿਹਦੇ ਬਾਰੇ ਅਸੀਂ ਹਰ ਰੋਜ਼ ਜੇਕਰ ਉਹਨਾਂ ਤੇ ਧਿਆਨ ਲਾਵਾਂਗੇ, ਅਸੀਂ ਖੁਦਾ ਪ੍ਰਸਤ ਬਣਾਂਗੇ, ਵੱਧ ਤੋਂ ਵੱਧ ਪ੍ਰਭੂ ਦੇ ਵਫਾਦਾਰ ਬਣਾਂਗੇ, ਈਮਾਨ ਦੇ ਵਿੱਚ ਹੋਰ ਮਜ਼ਬੂਤ ਬਣਾਂਗੇ। ਇਹ ਨਾ ਸੋਚੋ ਕਿ ਅਸੀਂ 35 ਸਾਲਾਂ ਤੋਂ, 60 ਸਾਲਾਂ ਤੋਂ, ਪਤਾ ਨਹੀਂ ਸ਼ਾਇਦ 100 ਸਾਲਾਂ ਤੋਂ ਮਸੀਹੀ ਹਾਂ, ਪਰ ਸਾਡਾ ਜੋ ਈਮਾਨ ਹੈ ਉਹ ਥਰਮਾਮੀਟਰ ਵਿੱਚ ਪਏ ਪਾਰੇ ਵਰਗਾ ਹੈ। ਪਾਰਾ ਥਰਮਾਮੀਟਰ, ਜਿਸ ਨਾਲ ਅਸੀਂ ਬੁਖਾਰ ਚੈੱਕ ਕਰਦੇ ਹਾਂ, ਉਹ ਥਰਮਾਮੀਟਰ ਵਿੱਚ ਪਿਆ ਪਾਰਾ ਕਦੀ ਸਥਿਰ ਨਹੀਂ ਰਹਿੰਦਾ, ਜਾਂ ਥੱਲੇ ਜਾਏਗਾ ਜਾਂ ਉੱਪਰ ਜਾਵੇਗਾ। ਤਾਪਮਾਨ ਜ਼ਿਆਦਾ ਤਾਂ ਉੱਪਰ ਨੂੰ ਜਾਏਗਾ, ਤਾਪਮਾਨ ਘਟਿਆ ਤੇ ਥੱਲੇ ਜਾਵੇਗਾ। ਏਦਾਂ ਹੀ ਸਾਡਾ ਈਮਾਨ ਹੈ, ਸਾਡਾ ਵਿਸ਼ਵਾਸ ਹੈ, ਘਟਦਾ ਵੱਧਦਾ, ਘਟਦਾ ਵੱਧਦਾ, ਘਟਦਾ ਵੱਧਦਾ ਰਹਿੰਦਾ ਹੈ, ਕਦੀ ਵੀ ਸਥਿਰ ਨਹੀਂ ਰਹਿੰਦਾ। ਇਸ ਨੂੰ ਸਥਿਰ ਰੱਖਣਾ, ਘਟਣ ਨਹੀਂ ਦੇਣਾ, ਸਗੋਂ ਇਸ ਨੂੰ ਵਧਾਉਣਾ ਸਾਡੇ ਉੱਤੇ ਵੀ ਨਿਰਭਰ ਕਰਦਾ ਆ। ਹਾਲੇਲੂਇਆ, ਯਿਸੂ ਦੀ ਵਡਿਆਈ ਹੋਵੇ, ਯਿਸੂ ਦਾ ਧੰਨਵਾਦ ਹੋਵੇ। ਪਹਿਲੀ ਗੱਲ ਆਪਾਂ ਯਾਦ ਰੱਖ ਲਈ, ਅੱਜ ਸਾਰਾ ਕੁਝ ਖੁਦਾ ਦਾ ਹੈ, ਹਰ ਇੱਕ ਚੀਜ਼ ਤੇ ਖੁਦਾ ਦਾ ਅਧਿਕਾਰ ਹੈ। ਕੋਈ ਵੀ ਬ੍ਰਹਿਮੰਡ ਵਿੱਚ ਏਦਾਂ ਚੀਜ਼ ਨਹੀਂ ਜਿਸ ਉੱਤੇ ਖੁਦਾ ਦਾ ਅਧਿਕਾਰ ਨਹੀਂ ਹੈ। ਹਰ ਚੀਜ਼ ਤੇ, ਹਰ ਇੱਕ ਚੀਜ਼ ਵਸਤੂ ਤੇ ਖੁਦਾ ਦਾ ਸੰਪੂਰਨ 100% ਅਧਿਕਾਰ ਹੈ। ਉਹੀ ਸਭ ਕੁਝ ਦਾ ਖਾਲਕ ਅਤੇ ਮਾਲਕ ਹੈ। ਹਾਲੇਲੂਇਆ। ਈਮਾਨ ਦੀਆਂ 4 ਸੱਚਾਈਆਂ ਵਿੱਚੋਂ ਪਹਿਲੀ ਸੱਚਾਈ ਇਹ ਹੈ, ਪ੍ਰਭੂ ਖੁਦਾ ਸਾਰੀਆਂ ਚੀਜ਼ਾਂ ਦਾ ਖਾਲਕ ਅਤੇ ਇਹ ਈਮਾਨ ਦੀ ਪਹਿਲੀ ਸੱਚਾਈ ਹੈ। ਪਿਆਰਿਓ, ਇਸ ਗੱਲ ਨੂੰ ਆਪਾਂ ਕਿਸ ਤਰ੍ਹਾਂ ਯਾਦ ਰੱਖੀਏ? ਤੁਹਾਡਾ ਕੀ ਹੈ? ਸਰੀਰ ਤੁਹਾਡਾ ਹੈ, ਇਹ ਤਾਂ ਖੁਦਾ ਨੇ ਮਿੱਟੀ ਤੋਂ ਬਣਾਇਆ। ਮਿੱਟੀ ਕਿਹਦੀ ਹੈ? ਖੁਦਾ ਦੀ ਹੈ। ਖੁਦਾ ਨੇ ਕੀ ਕੀਤਾ? ਵਚਨ ਸਾਨੂੰ ਕਹਿੰਦਾ, ਫਿਰ ਤਾਂ ਆਪਾਂ ਸੁਣਦੇ ਆ, ਜੇਕਰ ਸਭ ਕੁਝ ਖੁਦਾ ਦਾ ਵਚਨ ਸਾਨੂੰ ਕਹਿੰਦਾ ਆ, ਉਤਪਤੀ ਪੁਸਤਕ ਵਿੱਚੋਂ ਉਹਦਾ 2 ਅਧਿਆਇ 7, ਪਰਮੇਸ਼ਰ ਨੇ ਆਦਮੀ ਨੂੰ ਧਰਤੀ ਦੀ ਮਿੱਟੀ ਵਿੱਚੋਂ ਰਚਿਆ। ਸਾਡਾ ਸਰੀਰ ਮਿੱਟੀ ਵਿੱਚੋਂ ਖੁਦਾ ਨੇ ਰਚਿਆ ਹੈ। ਇਹ ਮਿੱਟੀ ਖੁਦਾ ਦੀ ਹੈ, ਮਿੱਟੀ ਨਹੀਂ, ਮਿੱਟੀ ਨੂੰ ਹੀ ਖੁਦਾ ਨੇ ਮਿੱਟੀ ਨੂੰ ਬਣਾਇਆ ਹੈ। ਅੱਗੇ ਸਾਡੇ ਵਿੱਚ ਪ੍ਰਾਣ ਆ, ਸਾਡੇ ਵਿੱਚ ਸਾਹ ਆ, ਤੇ ਸਾਡੇ ਵਿੱਚ ਆਤਮਾ ਆ। ਸਾਡੇ ਆ ਜੀ? ਨਹੀਂ। ਵਚਨ ਅੱਗੇ ਕਹਿੰਦਾ ਆ, ਉਸਨੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ, ਜਿਸ ਨਾਲ ਆਦਮੀ ਜਿਉਂਦਾ ਜਾਗਦਾ ਪ੍ਰਾਣੀ ਬਣ ਗਿਆ। ਹਾਲੇਲੂਇਆ। ਨਹੀਂ ਤਾਂ ਕਿਤੇ ਮਿੱਟੀ ਵਿੱਚ ਕਿਤੇ ਪਿਆ ਹੋਇਆ ਸੀ, ਆਦਮੀ ਦਾ ਕੋਈ ਵਜੂਦ, ਕੋਈ ਹੋਂਦ ਨਹੀਂ ਸੀ। ਇਸ ਕਰਕੇ ਸਾਡਾ ਸਰੀਰ, ਸਾਡੀ ਆਤਮਾ, ਸਾਡਾ ਸਾਹ, ਸਾਡਾ ਸੰਪੂਰਨ ਜੀਵਨ, ਇਹ ਪੂਰਾ ਵਜੂਦ ਕਿਹਦਾ ਆ? ਖੁਦਾ ਦਾ ਹੈ। ਇਸ ਕਰਕੇ ਉਸਦਾ ਸਾਡੇ ਉੱਤੇ ਕੀ ਆ? ਸੰਪੂਰਨ ਅਧਿਕਾਰ ਹੈ। 1% ਵੀ ਘੱਟ ਵੱਧ
नहीं है। हालेलुया। तो यीशु दी वडियाई होवे, तो यीशु दा धन्नवाद होवे। मेरा शरीर, मेरा जीवन, मेरे साह, मेरे प्राण, मेरी आत्मा, मेरा कारोबार सारा कुछ खुदा दा है। उसनों इस तरीके दी मलकीयत प्रदान करो। ਆਪਾਂ ਪ੍ਰਦਾਨ ਨਹੀਂ ਕਰ ਸਕਦੇ, ਪਰ ਉਹਦੇ ਅਧਿਕਾਰ ਨੂੰ ਆਪਾਂ ਕੀ ਕਰੀਏ? ਉਸਦੇ ਅਧਿਕਾਰ ਨੂੰ ਆਪਾਂ स्वीकार करिए। खुदा ही सब कुछ दा मालिक है, खालिक ਅਤੇ मालिक है। हालेलुया। तो यीशु ਦੀ ਵਡਿਆਈ ਹੋਵੇ, तो यीशु ਦਾ ਧੰਨਵਾਦ ਹੋਵੇ। ਇਸ ਕਰਕੇ ਪਿਆਰਿਓ ਸਮਝ ਲਵੋ ਕਿ ਖੁਦਾ ਨੇ ਇਹ ਸਾਰਾ ਕੁਝ ਸਾਨੂੰ ਕਿਰਾਏ ਉੱਤੇ ਦਿੱਤਾ ਆ। ਬਹੁਤ ਸਾਰੇ ਭੈਣ ਭਰਾ ਕਿਰਾਏ ਤੇ ਰਹਿੰਦੇ ਆ, ਉਹਨਾਂ ਨੂੰ ਪੁੱਛੋ ਕਿ ਮਕਾਨ ਮਾਲਕ ਨੇ ਤੁਹਾਨੂੰ ਆਪਣਾ ਘਰ ਤੋੜ ਫੋੜ ਲਈ ਨਹੀਂ ਦਿੱਤਾ, ਗੰਦਾ ਮੰਦਾ ਕਰਨ ਲਈ ਨਹੀਂ ਦਿੱਤਾ। ਉਹਨੇ ਤੁਹਾਨੂੰ ਰਸੋਈ ਦਿੱਤੀ ਆ, ਵਾਸ਼ਰੂਮ ਦਿੱਤਾ ਆ, ਕਮਰੇ ਦਿੱਤੇ ਆ, ਪੱਖੇ ਦਿੱਤੇ ਆ, ਜਾਂ ਬਿਜਲੀ ਦਿੱਤੀ ਆ, ਜਾਂ ਪਾਣੀ, ਸਾਰਾ ਕੁਝ ਉਹ ਖਰਾਬ ਕਰਨ ਲਈ ਨਹੀਂ ਦਿੱਤਾ। ਉਸਨੂੰ ਚੰਗੀ ਤਰ੍ਹਾਂ ਰੱਖਣ ਲਈ, ਉਸਨੂੰ ਖਰਾਬ ਕਰਨ ਲਈ ਨਹੀਂ। ਉਸੇ ਤਰੀਕੇ ਜਿੱਦਾਂ ਉਹਨੇ ਦਿੱਤਾ ਆ ਉਸੇ ਤਰੀਕੇ ਨਾਲ ਚਾਹੁੰਦਾ ਆ ਤੁਸੀਂ ਉਸਨੂੰ ਵਾਪਸ ਕਰੋ, ਇਸਤੇਮਾਲ ਕਰੋ ਸਹੀ ਤਰੀਕੇ ਨਾਲ, ਸਹੀ ਲਹਿਜ਼ੇ, ਸਹੀ ਢੰਗ ਦੇ ਨਾਲ। ਹਾਲੇਲੂਇਆ। तो यीशु ਦੀ ਵਡਿਆਈ ਹੋਵੇ, तो यीशु ਦਾ ਧੰਨਵਾਦ ਹੋਵੇ। ਅਗਲੀ ਗੱਲ ਇਹ ਹੈ ਕਿ ਆਪਾਂ ਜਦੋਂ ਖੁਦਾ ਦੇ ਅਧਿਕਾਰ ਨੂੰ ਮੰਨਦੇ ਹਾਂ, ਖੁਦਾ ਸਭ ਕੁਝ ਦਾ ਸਿਰਜਣਹਾਰ ਹੈ। ਇਹ ਸਾਡਾ ਸਰੀਰ, ਸਾਡੇ ਪ੍ਰਾਣ, ਸਾਡੇ ਸਾਹ, ਸਾਡਾ ਜੀਵਨ ਸਭ ਕੁਝ ਖੁਦਾ ਦਾ ਹੈ। ਇੱਕ ਤਰ੍ਹਾਂ ਨਾਲ ਖੁਦਾ ਨੇ ਸਾਨੂੰ ਕਿਰਾਏ ਤੇ ਦਿੱਤਾ ਹੈ। ਅਸੀਂ ਖੁਸ਼ ਨਸੀਬ ਹਾਂ, ਅਸੀਂ ਖੁਸ਼ ਨਸੀਬ ਹਾਂ ਕਿ ਖੁਦਾ ਨੇ ਸਾਡੇ ਤੇ ਮਿਹਰ ਕੀਤੀ ਹੈ। ਸਾਨੂੰ ਕੀ ਕੁੱਤਾ ਬਿੱਲੀ ਨਹੀਂ ਬਣਾਇਆ ਜਾਂ ਕੋਈ ਹੋਰ ਜਾਨਵਰ ਨਹੀਂ ਬਣਾਇਆ, ਹੋਰ ਵੀ ਬੜੇ ਸਾਰੇ ਜਾਨਵਰ। ਖੁਦਾ ਕਿਸੇ ਕੁਛ ਵੀ ਸਾਨੂੰ ਬਣਾ ਸਕਦਾ ਸੀ। ਸਾਨੂੰ ਖੁਦਾ ਨੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਕੀ ਬਣਾਇਆ ਵਾ? ਸਰਵੋਤਮ ਪ੍ਰਾਣੀ ਬਣਾਇਆ, ਆਪਣੀ ਰਚਨਾ ਦੇ ਸਰਵੋਤਮ ਪ੍ਰਾਣੀ। ਉਹ ਅਸੀਂ ਖੁਦ ਹਾਂ, ਇਨਸਾਨ, ਮਨੁੱਖ ਉਸ ਦੀ ਰਚਨਾ ਦੇ ਆ ਸਰਵੋਤਮ ਪ੍ਰਾਣੀ ਆ। ਅਕਲ ਬੁੱਧ ਰੱਖਣ ਵਾਲੇ, ਸਭ ਕੁਝ ਨੂੰ ਆਪਣੇ ਅਧੀਨ ਕਰਨ ਵਾਲੇ, ਵੱਡੀਆਂ ਵੱਡੀਆਂ ਤਾਕਤਾਂ ਨੂੰ ਇਨਸਾਨ ਆਪਣੇ ਅਧੀਨ ਕਰ ਸਕਦਾ ਹੈ। ਹਾਲੇਲੂਇਆ। तो यीशु ਦੀ ਵਡਿਆਈ ਹੋਵੇ, तो ਯੀਸ਼ु ਦਾ ਧੰਨਵਾਦ ਹੋਵੇ। ਇਸ ਕਰਕੇ ਇਹ ਨਾ ਸੋਚੋ ਕਿ ਮੇਰਾ ਸਰੀਰ ਹੈ, ਇਹ ਮੇਰੇ ਪ੍ਰਾਣ ਹੈ, ਮੈਂ ਜਿੱਦਾਂ ਚਾਹੁੰਦਾ ਉਦਾਂ ਹੀ ਕਰਾਂ, ਜੋ ਮੇਰੀ ਮਰਜ਼ੀ ਆ, ਮੈਨੂੰ ਕੋਈ ਕਹਿਣ ਰੋਕਣ ਟੋਕਣ ਵਾਲਾ ਨਹੀਂ ਹੋਣਾ ਚਾਹੀਦਾ। ਏਦਾਂ ਹੀ ਹੈ ਤਾਂ ਫਿਰ ਇੱਕ ਦਿਨ ਇਸੇ ਤਰ੍ਹਾਂ ਵੀ ਹੋਵੇਗਾ ਕਿ ਇਹ ਉਸ मूर्ख वांग वाली गल होगी। मूर्ख इंसान, तेरी ये जान, तेरा शरीर, तेरा ये साह, तेरी ये आत्मा अज रात को ही वापस लै लिया जाए, फिर केड़ा होवेगा? कित्थे जावेगा? मेकअप कित्थे जावे? जान के की कहंदे आ फैशन, ये सारा कुछ कित्थे जावेगा? सारा कुछ नष्ट, व्यर्थ, सारा कुछ इदां हो जाएगा। हालेलुया। तो यीशु दी वडियाई होवे, तो यीशु दा धन्नवाद होवे। प्रभु ने ਤੁਹਾਨੂੰ ਇਹ ਬਰਕਤਾਂ ਦਿੱਤੀਆਂ ਹਨ, ਮਿਹਰ ਹੈ ਉਹਦੀ, ਕਿਰਪਾ ਹੈ ਪ੍ਰਭੂ ਦੀ। ਅਸੀਂ ਖੁਸ਼ ਨਸੀਬ ਹਾਂ। ਖੁਸ਼ੀ ਨਾਲ ਪ੍ਰਭੂ ਦੀਆਂ ਇਹਨਾਂ ਕਿਰਪਾਵਾਂ ਨੂੰ, ਉਸ ਦੀ ਮਿਹਰ ਨੂੰ ਸਵੀਕਾਰ ਕਰੀਏ। ਜੇ ਖੁਸ਼ੀ ਨਾ ਕਰਾਂਗੇ, ਅਗਲਾ ਕੰਮ ਸਾਡਾ ਕੀ ਹੋਵੇਗਾ? ਖੁਦਾ ਦਾ ਧੰਨਵਾਦ ਕਰੀਏ। ਪ੍ਰਭੂ ਤੇਰਾ ਧੰਨਵਾਦ ਹੈ, ਮੈਨੂੰ ਇਨਸਾਨੀ ਜੀਵਨ ਦਿੱਤਾ। ਉਸ ਤੋਂ ਵੀ ਵੱਡੀ ਧੰਨਵਾਦ ਵਾਲੀ ਗੱਲ ਹੈ, ਮੈਨੂੰ ਮਸੀਹੀ ਪਰਿਵਾਰ ਦਿੱਤਾ। ਮਸੀਹੀ ਪਰਿਵਾਰ ਦੇ ਵਿੱਚ ਮੇਰਾ ਜਨਮ ਹੋਇਆ, ਵਿਰਸੇ ਦੇ ਵਿੱਚ ਮੈਨੂੰ ਮਸੀਹੀ ਕੈਥੋਲਿਕ ਈਮਾਨ ਮਿਲਿਆ ਹੈ। ਪ੍ਰਭੂ ਮੈਂ ਤੇਰਾ ਧੰਨਵਾਦ ਕਰਦਾ ਹਾਂ। ਹਾਲੇਲੂਇਆ, ਹਾਲੇਲੂਇਆ। ਤੁਸੀਂ ਇਸ ਦੇ ਲਾਇਕ ਨਹੀਂ ਹੈ ਕਿ ਪ੍ਰਭੂ ਨੇ ਤੁਹਾਨੂੰ ਸਾਰੀਆਂ ਬਰਕਤਾਂ ਦਿੱਤੀਆਂ ਆ, ਜਾਂ ਤੁਸੀਂ ਕੋਈ ਵੱਡਾ ਕੰਮ ਕੀਤਾ ਆ, ਜਾਂ ਮੈਂ ਕੋਈ ਵੱਡਾ ਕੰਮ ਕੀਤਾ ਹੈ ਕਿ ਮੈਨੂੰ ਖੁਦਾ ਨੇ ਪੁੱਤ ਬਣਾਇਆ। ਏਦਾਂ ਨਹੀਂ, ਖੁਦਾ ਦੀ ਮਿਹਰ ਹੈ, ਖੁਦਾ ਦੀ ਕਿਰਪਾ ਆ। ਤੁਹਾਨੂੰ ਜੇਕਰ ਉਹਨੇ ਕੁਝ ਦਿੱਤਾ ਹੈ, ਸਵੀਕਾਰ ਕਰੋ ਖੁਸ਼ਹਾਲੀ ਨਾਲ ਤੇ ਧੰਨਵਾਦ ਭਰੇ ਦਿਲ ਦੇ ਨਾਲ। ਪ੍ਰਭੂ ਦਾ ਧੰਨਵਾਦ ਕਰਦਿਆਂ ਇਹਨਾਂ ਨੂੰ ਸਵੀਕਾਰ ਕਰੋ ਤੇ ਉਸੇ ਤਰੀਕੇ ਨਾਲ ਇਹਨਾਂ ਚੀਜ਼ਾਂ ਦੀ ਵਰਤੋਂ ਕਰੋ। ਸਦ ਵਰਤੋ ਜਾਂ ਸਦ ਉਪਯੋਗ, ਦੁਰਵਰਤੋਂ ਨਹੀਂ। ਹਾਲੇਲੂਇਆ। तो यीशु ਦੀ ਵਡਿਆਈ ਹੋਵੇ, तो ਯੀਸ਼ु ਦਾ ਧੰਨਵਾਦ ਹੋਵੇ। ਹੁਣ ਪਿਆਰਿਓ, ਜੇਕਰ ਖੁਦਾ ਨੇ ਤੁਹਾਨੂੰ ਇਹ ਚੀਜ਼ਾਂ ਦਿੱਤੀਆਂ ਹਨ, ਉਹਨੇ ਤੁਹਾਨੂੰ ਇਨਸਾਨ ਬਣਾਇਆ, ਉਸ ਤੋਂ ਵੀ ਅੱਗੇ ਤੁਹਾਨੂੰ ਮਸੀਹ ਕੈਥੋਲਿਕ ਈਮਾਨ ਦਿੱਤਾ। ਇਹ ਕੈਥੋਲਿਕ ਪਰਿਵਾਰ ਵਿੱਚ ਤੁਹਾਡਾ ਜਨਮ ਹੋਇਆ, ਤੁਹਾਡਾ ਪਾਲਣ ਪੋਸ਼ਣ ਹੋਇਆ, ਜਾਂ ਤੁਸੀਂ ਵਿਆਹ ਦੇ ਰਾਹੀਂ, ਨਿਕਾਹ ਦੇ ਰਾਹੀਂ, ਕਲੀਸਿਆ ਦੇ ਵਿੱਚ ਸ਼ਾਮਲ ਕਿਸੇ ਵੀ ਤਰੀਕੇ ਨਾਲ
ਤੁਸੀਂ ਇਸ ਮਸੀਹ ਇਮਾਨ ਨੂੰ ਪ੍ਰਾਪਤ ਕੀਤਾ ਹੈ। ਇਹ ਹੈ ਖੁਦਾ ਦੀ ਮਿਹਰ। ਹੁਣ ਜੇਕਰ ਉਸਨੇ ਮਿਹਰ ਕੀਤੀ ਹੈ ਤੇ ਅਸੀਂ ਕੀ ਆ, ਉਸ ਦੀ ਕੀਤੀ ਗਈ ਮਿਹਰ ਦੇ ਲਈ ਆਪਾਂ ਕੁਝ ਕਰਨਾ ਹੈ। ਕਿਰਾਏ ਦੀਆਂ ਸਾਰੀਆਂ ਚੀਜ਼ਾਂ, ਕਿਰਾਏ ਦਾ ਮਕਾਨ ਤੋੜ ਫੋੜ ਕੇ ਨਹੀਂ ਦੇਣਾ, ਇਸ ਨੂੰ ਖਰਾਬ ਜਾਂ ਗੰਦਾ ਕਰਕੇ ਵਾਪਸ ਆਪਾਂ ਏਦਾਂ ਕਰਾਂਗੇ ਤਾਂ ਮਕਾਨ ਮਾਲਕ ਸਾਨੂੰ जुर्माना पावेगा। जुर्माना जी, जुर्माना भरो जी, आप बिजली तोड़ दी है या ट्यूबा तोड़ दी है या कुछ भी, कुछ इसी तरह ही होगा जेकर असीं इन्हां चीज़ां दा ध्यान नहीं रखते। हालेलुया, हालेलुया। हुण असीं आगे पाठ वाल आउंदे हां। पाठ ये है कि एक मालिक ने अपने 3 नौकरां नूं वख-वख तरह दा की कीता है, जायदाद दित्ती है। किसी नूं 5 तोड़े, किसी नूं 2 तोड़े, किसी नूं 1 ਤੋੜਾ। ਕਹਿਣ ਦਾ ਭਾਵ ਕਿ ਖੁਦਾ ਨੇ ਤੁਹਾਡੇ ਵਿੱਚੋਂ ਹੀ ਕਈਆਂ ਭੈਣਾਂ ਭਰਾਵਾਂ ਨੂੰ ਸਮਾਜ ਸੇਵਾ ਕਰਨ ਦਾ ਇੱਕ ਰੁਤਬਾ ਬਖਸ਼ਿਆ ਹੈ, ਮਿਹਰ ਕੀਤੀ ਹੈ। ਕਈਆਂ ਨੂੰ ਸਿਆਸੀ ਪਾਰਟੀਆਂ ਦੇ ਵਿੱਚ ਕੋਈ ਰੁਤਬਾ ਪ੍ਰਦਾਨ ਕੀਤਾ ਹੈ। ਕਈਆਂ ਭੈਣਾਂ ਭਰਾਵਾਂ ਨੂੰ ਸਿੱਖਿਅਕ ਬਣਨ ਦਾ, ਟੀਚਰ ਬਣਨ ਦਾ ਰੁਤਬਾ ਪ੍ਰਦਾਨ ਕੀਤਾ ਹੈ। ਕਈਆਂ ਭੈਣਾਂ ਭਰਾਵਾਂ ਨੂੰ ਗਾਉਣ ਦਾ ਵਰਦਾਨ ਦਿੱਤਾ ਆ। ਕਈਆਂ ਭੈਣਾਂ ਭਰਾਵਾਂ ਨੂੰ ਸੇਵਾ ਕਰਨ ਦਾ ਵਰਦਾਨ ਦਿੱਤਾ ਆ। ਆਪਣੀ ਆਪ ਸੇਵਾ ਕਰਨ ਲਈ ਅੱਗੇ ਆਉਂਦੇ ਆ ਭੈਣ ਭਰਾ। ਬਹੁਤ ਸਾਰੇ ਭੈਣ ਭਰਾ ਆਪਣੀ ਆਪ ਸੇਵਾ ਕਰਨ ਲਈ ਅੱਗੇ ਆਉਂਦੇ ਆ। ਹਾਲੇਲੂਇਆ, ਯਿਸੂ ਦੀ ਵਡਿਆਈ ਹੋਵੇ, ਯਿਸੂ ਦਾ ਧੰਨਵਾਦ ਹੋਵੇ। ਉੱਥੇ ਇਹ ਨਾ ਸੋਚੋ ਕਿ ਮੈਂ ਕਰ ਰਿਹਾ ਆ, मैं कर रहा है, मेरा शरीर है, मेरी आत्मा है, मेरी मर्जी है, मेरा दिल दिमाग है, मैं जो करना है वही करना है। अपने किसी होर मकसद ना मैं इन्हां कामां नूं कर रहा है। जेकर इस तरह है उहदा कोई फल वगैरह नहीं प्राप्त होवेगा। हालेलुया। कुछ भी खुदा ने तुहानूं मिहर दित्ती है, बरकत दित्ती है, वरदान दिता है, तुहाडे लई नहीं है, उसदे सारे लोकां लई है। सारे लोकां लई, चाहे उसनूं कोई मनदा है चाहे नहीं मनदा, ਉਹਦਾ ਡਰ ਰੱਖਦਾ ਨਹੀਂ ਰੱਖਦਾ, ਉਸ ਉੱਤੇ ਵਿਸ਼ਵਾਸ ਰੱਖਦਾ ਹੈ ਜਾਂ ਨਹੀਂ ਰੱਖਦਾ, ਉਹ ਸਾਰਿਆਂ ਦੇ ਲਈ ਤੁਹਾਨੂੰ ਕੀ ਆ ਦੇ ਰਿਹਾ ਹੈ। ਸਾਰਿਆਂ ਨੂੰ, ਕਿਸੇ ਨੂੰ ਕੁਝ ਵੱਧ ਦੇ ਦਿੱਤਾ, ਕਿਸੇ ਨੂੰ ਥੋੜਾ ਘੱਟ ਦੇ ਦਿੱਤਾ, ਕਿਸੇ ਨਾ ਕਿਸੇ ਨੂੰ ਪ੍ਰਭੂ ਨੇ ਕੀ ਕੀਤਾ ਹੈ, ਕੋਈ ਨਾ ਕੋਈ ਵਰਦਾਨ ਘੱਟ ਦਾ ਵੱਧ ਜ਼ਰੂਰ ਦਿੱਤਾ ਹੋਇਆ ਆ। ਹਾਲੇਲੂਇਆ, ਯਿਸੂ ਦੀ ਵਡਿਆਈ ਹੋਵੇ, ਯਿਸੂ ਦਾ ਧੰਨਵਾਦ ਹੋਵੇ। ਹਾਲੇਲੂਇਆ, ਹਾਲੇਲੂਇਆ। पिछले महीने असी वचन सुनिया आया, मत्ती दी अंजील 13वां अध्याय, सारा 13वां अध्याय आपां पढ़िया, पूरे 3 ऐतवार। बीज बीजन वाला हुंदा है, जिथे दिल करदा उत्थे भी सुट दिंदा, पत्थरां ਵਿੱਚ ਸੁੱਟ ਦਿੰਦਾ, ਝਾੜੀਆਂ ਵਿੱਚ ਸੁੱਟ ਦਿੰਦਾ, ਚੰਗੀ ਜ਼ਮੀਨ ਵਿੱਚ ਸੁੱਟ ਦਿੰਦਾ। ਉਸ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਜ਼ਮੀਨ ਦੇ ਚੰਗੀ ਜ਼ਮੀਨ ਸੁੱਟ ਰਿਹਾ ਆ ਜਾਂ ਪੱਥਰਾਂ ਵਿੱਚ ਸੁੱਟ ਰਿਹਾ ਜਾਂ ਮੈਂ ਰਾਹ ਵਿੱਚ ਸੁੱਟ ਰਿਹਾ ਆ ਜਾਂ ਮੈਂ ਝਾੜੀਆਂ ਵਿੱਚ ਸੁੱਟ ਰਿਹਾ, ਕੋਈ ਫਰਕ ਉਸ ਨੂੰ ਨਹੀਂ ਪੈਂਦਾ। ਕਹਿੰਦਾ ਭਾਵ ਕਿ ਖੁਦਾ ਤੁਹਾਡਾ ਇਦਾਂ ਦਾ ਕੋਈ ਪੱਖਪਾਤ ਨਹੀਂ ਕਰਦਾ। आई जितने मर्जी होइए, खुदा अपना वचन निरंतर थोड़े कोल भेजदा, निरंतर हर रोज बिना किसी पक्षपात दे। खुदा पक्षपात कर सकता नहीं। असी भावे पथरीली जमीन वर्गे आ, चाहे कंडियाली झाड़ियां वर्गे आ, ਜਾਂ ਰਾਹ ਤੇ ਪੇ ਕੇ ਬੀਜਾਂ ਵਰਗੇ ਆ ਜਾਂ ਚੰਗੀ ਜ਼ਮੀਨ ਵਰਗੇ ਆ, ਜਿੱਦਾਂ ਦੇ ਮਰਜ਼ੀ ਹੈ, ਇੱਕੋ ਤਰੀਕੇ ਨਾਲ ਕੀ ਆ ਬੀਜ ਸੁੱਟਦਾ ਹੈ, ਯਾਨੀ ਕਿ ਆਪਣਾ ਵਚਨ ਭੇਜਦਾ ਆ। ਅਸੀਂ ਉਹਨੂੰ ਜਿੱਦਾਂ ਮਰਜ਼ੀ ਸਵੀਕਾਰ ਕਰੀਏ, ਸਾਡੇ ਉੱਤੇ ਨਿਰਭਰ ਕਰਦਾ ਆ। ਖੁਦਾ ਆਪਣੇ ਵੱਲੋਂ ਕੋਈ ਵੀ ਕਮੀ ਨਹੀਂ ਰੱਖਦਾ। ਹਾਲੇਲੂਇਆ, ਯਿਸੂ ਦੀ ਵਡਿਆਈ ਹੋਵੇ, ਯਿਸੂ ਦਾ ਧੰਨਵਾਦ ਹੋਵੇ। ਵਚਨ ਸਾਨੂੰ ਕਹਿੰਦਾ ਮੱਤੀ ਦੀ ਅੰਜੀਲ 13 ਅਧਿਆਇ ਦੀ 8 ਕੁਝ ਵੀ ਚੰਗੀ ਜ਼ਮੀਨ ਵਿੱਚ ਡਿੱਗੇ ਅਤੇ ਦਾਣੇ ਪੈਦਾ ਕੀਤੇ, ਕੁਝ 100 ਗੁਣਾ, ਕੁਝ 60 ਗੁਣਾ ਅਤੇ ਕੁਝ 30 ਗੁਣਾ। ਕਿਸੇ ਨੇ 100 ਗੁਣਾ ਪੈਦਾ ਕੀਤੇ, ਕਿਸੇ ਨੇ 60 ਗੁਣਾ ਪੈਦਾ ਕੀਤੇ, ਕਿਸੇ ਨੇ 30 ਗੁਣਾ ਪੈਦਾ ਕੀਤੇ। ਜੇਕਰ ਕੋਈ ਨਾ ਪੱਖਪਾਤ ਨਹੀਂ ਕਰਦਾ, ਤੁਹਾਨੂੰ ਜਿੱਦਾਂ ਵੀ ਵਰਦਾਨ ਦਿੰਦਾ ਹੈ, ਇੱਕੋ ਜਿਹਾ ਫਲ ਉਹਦਾ ਆਸ ਨਹੀਂ ਰੱਖਦਾ ਕਿ ਇੱਕੋ ਜਿਹਾ ਫਲ ਪੈਦਾ ਕਰੋ, ਇੱਕੋ ਜਿਹਾ ਫਲ ਪੈਦਾ ਕਰੋ। ਇਹ ਵੀ ਆਸ ਖੁਦਾ ਨਹੀਂ ਰੱਖਦਾ। प्रभु सिर्फ इस गल का ध्यान रखता कि तुम कोई ना कोई फल पैदा करो, चाहे 30 गुना करो, चाहे 60 गुना करो, चाहे 100 गुना करो। हुण प्यारियो, एक गल साडे दिमाग में जू अटकनी चाहिए है कि जे
कंडियालियां झाड़ियां वध सकदियां जिथे पानी घट है, जां जिथे मरुथल दी जमीन है, जां जिथे उजाड़ है, उथे दाने भी उगदे आ। फिर ये झाड़ियां ज्यादा क्यों उगदियां आ ते दाणियां दे जो बीज आ बूटे आ वो क्यों नहीं ज्यादा फलदायक हुंदे? उन्होंने भी उन्ना की पानी धानी मिलता होएगा, उन्ना की खाद वगैरह, उन्नी की धुप वगैरह मिलती है, झाड़ियों को भी उन्ना के ते उन्होंने भी उन्ना के। उन्होंने सारे विचों की है, झाड़ियां इदां दे कंडियालियां झाड़ियां वगैरह ज्यादा बढ़दियां आ। हालेलुया, हालेलुया, हालेलुया। दाणियां दे बूटे क्यों नहीं बढ़ सकते? सारा कुछ बराबर है, उन्होंने भी बराबर है, ओहो जी जमीन है। साडे विच नेकियां क्यों नहीं बच सकदियां? बुराइयां ज्यादा क्यों बढ़दियां आ? ध्यान ही सारा बुराइयां दे वाल, सारा रुझान, सारी ताकत, सारा अपना समा असी इन्हां वाली लाउंदे आ। सारा दिन असी इसे काम विच कचर पचर चुगलियां सारा कुछ इहदे विच। ਉਹ इंसान जिहड़ा दिन भर सवेरे उठदा है, मेहनत करन जांदा है, शाम नूं आउंदा है, नहाउंदा धोंदा रोटी पानी खांदा, दो चार गल्लां शायद परिवार नाल करदा जां टीवी देखदा, जल्दी सो जांदा ते फिर उठ जांदा। उदां दे बंदे ना चुगलियां सुनदा टाइम आ, ना चुगलियां करदा आ। साडा जो ज्यादा तो ज्यादा समय आ इदां दीयां चीजां विच ज्यादा चलदा आ। इस करके साडे विच बुराइयां ज्यादा वध रहीआं आ, नेकियां घट वध रहीआं वा। इक्को जिहा आ वो बंदा भी इको तरीके नाल वचन सुनदा होवेगा जां प्रार्थना करदा होवेगा, पर असीं भी उस तरीके नाल करदे हां, वचन सुनदे हां जां पढ़दे हां जां सारा कुछ करदे हां, पर बुराइयां ज्यादा वध रहीआं। ध्यान सारा उधर, अपना सारा ताकत बल समा ਉਹਦੇ ਵਿੱਚ ਨਸ਼ਟ ਕਰਦੀਆਂ। ਇਸ ਕਰਕੇ ਕੰਡਿਆਲੀਆਂ ਝਾੜੀਆਂ ਜ਼ਿਆਦੀਆਂ ਵੱਧਦੀਆਂ ਆ, ਫਸਲ ਦੇ ਬੂਟੇ ਘੱਟ ਵੱਧਦੇ ਆ, ਨੇਕੀਆਂ ਘੱਟ ਵੱਧਦੀਆਂ ਆ, ਬੁਰਾਈਆਂ ਸਾਡੇ ਵਿੱਚ ਜ਼ਿਆਦੀਆਂ ਵੱਧਦੀਆਂ ਆ। ਹਾਲੇਲੂਇਆ, ਹਾਲੇਲੂਇਆ। ਕੀ ਖੁਦਾ ਦਾ ਇਹਦੇ ਵਿੱਚ ਕੋਈ ਦੋਸ਼ ਹੈ? नहीं। इको तरीके नाल सारा कुछ सब कुछ नूं दे रहा है, चाहे कंडियालियां झाड़ियां आ, चाहे की आ पथराली जमीन आ, चाहे चंगी जमीन आ, ਉਹਦੇ बीज का जो छट्टा आ इको तरीके का आ, इको माप दा आ ते इको ही मात्रा दा आ। साडा ਉਹਦੇ ਵਿੱਚ लहजा की है, साडा तरीका की है, इस गल ते आपां ध्यान देइए। प्रभु सारिਆਂ ਨੂੰ मौका दे रहा है। जेकर तुहानूं प्रभु ने कोई वरदान दिता आ, तुहानूं कोई मेहर दिती आ, कोई चंगा काम करन दी मेहर दिती आ, कुछ भी आ, मान लो गाउण दी, आपां की करिए इसे ही टैलेंट नूं, इसे खूबी नूं, गुण नूं खुदा दी महिमा दे लई पहला आपां इस्तेमाल करिए। यह है साडा रिस्पॉन्स, यह है साडा जवाब। जे कोई भैन भरा कोई टीचर है जां अध्यापक है, आपां की करिए थोड़ा जिहा होर समा बच्चों नूं तलीम सिखाउण दे विच लाइए, ਉਹਦੇ ਵਿੱਚ कोई घाटा होएगा नहीं। जेकर कोई भैन भरा साडे कोल कुछ आउंदा है, बच्चे कोई सीखण लई आउंदे आ, उन्हां तो ट्यूशन लैण दी बजाय उन्हां नूं इदां ही सिखाउण दी आपां कोशिश करिए, ਉਹ ਆ ਸਾਡਾ जवाब होवेगा। ਜਦੋਂ ਆਪਾਂ कोई भी चीज कोई भी काम बिना किसी स्वार्थ दे करना शुरू कर देवांगे, ਇਹ ਗੱਲ ਨੂੰ ਛੱਡ ਕੇ कि मैं किसी भी चीज दे विचों कोई अपना स्वार्थ नहीं रखना, एक आपां ये गल याद रखांगे, नेकी कर दरिया में डाल। अपने वालों तुसी नेक काम कर दिता आ, ओदा फल ये दुनिया तुहानू देवे जां ना देवे, तुहाडे मां बाप भैन भरा परिवार दे जे कोई भी ओदा फल तुहानू देण ना देण, नेकी कर दरिया में डाल। वो फल देण वाला कौन है? खुदा आ। गुप्त विच देदा ते गुप्त विच ही ओदा फल तुहानू देवेगा। हालेलुया। तो यीशु दी वडियाई होवे, तो यीशु दा धन्नवाद होवे, तो यीशु दी महिमा होवे। प्यारियो इस तरीके ना, इस लहजे ना आपां इन्हां सारे कामां नूं करन दी कोशिश करिए। आपां गिरजे विच कोई भी काम करदे आ, कोई भी जां सेवा दा जां झाड़ू मारन दा आ जां लंगर बरताउण दा आ जां तलीम सिखाउण दा है जां सिंगिंग, कुछ भी सारा कुछ कादे लई आ? खुदा दी महिमा लई आ। खुदा ने तुहानू ये काम करन दी प्रेरणा अते बरकत दित्ती है। इस करके इस गल ते गुमान जां कमंड हंकार करन दी कोशिश ना करना, नहीं तो जो खुदा ने फल देना है, बरकत देनी है, उस वेले बरकत तुसी गवा बैठोगे। जे तुसी ये सोचोगे मेरे बिना ये काम मैं ना हुंदी तां विआह किन्ना हुंदा,
बड़ी बारी मैं लोग कहता भी मैं ना होंदी तो वो किसी होर ना हो जाना सी, मैं ना होंदी तो बहुत बहुत सारियां आ, कली मैं ही आ दुनिया च। इदा नहीं, खुदा दे काम इदा नहीं रुकते, खुदा दे काम इधर मैं नहीं आते कोई और फादर आके इतने पाकमास करेगा, मैं नहीं आते कोई होर लंगर दूं बरतावेगा, होर कोई ये काम करेगा। इस गुमान विच, इस कमांड विच आपां रहन दी कोशिश ना करिए। जेकर खुदा ने मेहर दित्ती है कि असीं ये काम करिए, उसनूं निस्वार्थ भावना दे नाल नेकी कर, दरिया में डाल, आप ही खुदा उसदा फल किसी ना किसी समय दे देवेगा। हालेलुया। तो यीशु दी वडियाई होवे, तो यीशु दा धन्नवाद होवे। ਇੱਥੇ ਆਪਾਂ ਨੂੰ ਜੋ ਖੁਦਾ ਨੇ ਬਰਕਤਾਂ ਦਿੱਤੀਆਂ ਉਹਨਾਂ ਨੂੰ ਵਧਾਉਣ ਦੇ ਵਿੱਚ ਆਪਣਾ ਕੋਈ ਯੋਗਦਾਨ ਪਾਵਾਂਗੇ। ਖੁਦਾ ਨੇ 5 ਤੋੜੇ ਦਿੱਤੇ ਆ ਤੇ ਆਪਾਂ ਸ਼ਾਇਦ 10 ਕਰ ਸਕਦੇ ਹਾਂ। ਸਮਰੱਥਾ ਹੈ ਸਾਡੇ ਵਿੱਚ, ਸਮਰੱਥਾ ਤੇ ਯੋਗਤਾ ਹੈ ਕਿ ਅਸੀਂ 5 ਨੂੰ 10 ਕਰੀਏ ਤੇ 10 ਨੂੰ 20 ਕਰਨ ਦੀ ਕੋਸ਼ਿਸ਼ ਕਰੀਏ। ਸਮਰੱਥਾ ਹੈ। ਉੱਥੇ ਆਪਾਂ ਜੇ ਆਲਸੀ ਬਣ ਕੇ ਬਹਿ ਜਾਵਾਂਗੇ, ਜੋ ਅਸੀਂ ਥੋੜਾ ਬਹੁਤਾ ਖੁਦਾ ਨੇ ਸਾਨੂੰ ਦਿੱਤਾ ਹੈ ਉਹ ਵੀ ਹੌਲੀ 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 ਕੀ ਹੋ ਜਾਵੇਗਾ, खराब हो जाएगा। हालेलुया। तो यीशु दी वडियाई होवे, यीशु दा धन्नवाद होवे। हालेलुया, हालेलुया। प्यारे, ਜਦੋਂ ਅਸੀਂ ਆਪਣਾ ਕੋਈ ਵੀ ਕੰਮ ਕਰ ਲੈਂਦੇ ਆ ਗਿਰਜੇ ਦੇ ਪ੍ਰਤੀ ਜਾਂ ਆਪਣੇ ਭੈਣਾਂ ਭਰਾਵਾਂ ਦੇ ਪ੍ਰਤੀ ਜਾਂ ਪ੍ਰੋਫਤਾਂ ਦੇ ਪ੍ਰਤੀ ਕੋਈ ਵੀ ਕੰਮ ਕਰ ਲੈਂਦੇ ਆ, ਉੱਥੇ ਅਸੀਂ ਪ੍ਰਭੂ ਨੂੰ ਕੀ ਕਹਿਣਾ ਹੈ? ਪ੍ਰਭੂ ਨੂੰ ਇੱਕੋ ਹੀ ਜਵਾਬ ਦੇਣਾ ਹੈ, ਇੱਕ ਹੀ ਜਵਾਬ। ਉਹ ਜਵਾਬ ਇਹ ਹੈ, ਲੂਕਾ ਦੀ ਅੰਜੀਲ 17 ਅਧਿਆਇ, ਲੂਕਾ ਦੀ ਅੰਜੀਲ 17 ਅਧਿਆਇ 10 ਆਇਤ। ਤੁਸੀਂ ਵੀ ਇਸੇ ਤਰ੍ਹਾਂ ਕਰਨਾ, ਸਾਰੀਆਂ ਆਗਿਆਵਾਂ ਦੀ ਪਾਲਣਾ ਕਰ ਲੈਣ ਤੋਂ ਬਾਅਦ ਆਖੋ, ਅਸੀਂ ਤਾਂ ਅਯੋਗ ਜੇ ਨੌਕਰ ਹਾਂ, ਅਸੀਂ ਸਿਰਫ ਆਪਣਾ ਫਰਜ਼ ਹੀ ਪੂਰਾ ਕੀਤਾ ਹੈ। ਇਹ ਆ ਖੁਦਾ ਦੇ ਅੱਗੇ ਜਵਾਬ ਦੇਣਾ। ਅਸੀਂ ਇਹ ਖੁਦਾ ਨੂੰ ਜਵਾਬ ਦੇਣਾ, ਪ੍ਰਭੂ ਅਸੀਂ ਕੋਈ ਵੱਡਾ ਕੰਮ ਨਹੀਂ ਕੀਤਾ, ਜੇਕਰ ਮੈਂ ਨਹੀਂ ਕਰਦਾ ਪ੍ਰਭੂ ਤੁਸੀਂ ਕਿਸੇ ਹੋਰ ਨੂੰ ਚੁਣ ਲੈਣਾ ਸੀ। ਮੇਰੀ ਖੁਸ਼ਨਸੀਬੀ ਹੈ ਕਿ ਮੈਨੂੰ ਚੁਣਿਆ ਆ, ਇਹ ਕੰਮ ਕਰਨ ਲਈ ਮੈਨੂੰ ਮਿਹਰ ਦਿੱਤੀ ਆ, ਬਰਕਤ ਦਿੱਤੀ ਆ, ਗੁਣ ਦਿੱਤਾ ਆ। ਮੈਂ ਤੇ ਕੀ ਆ, ਨਿਕੰਮਾ ਨੌਕਰ ਆ। ਮੈਂ ਉਹੀ ਕੀਤਾ ਹੈ ਜੋ ਮੇਰਾ ਫਰਜ਼ ਬਣਦਾ ਸੀ। ਪ੍ਰਭੂ ਮੈਂ ਤੇਰੇ ਨਾਂ ਦੀ ਮਹਿਮਾ ਲਈ ਇਹ ਕੰਮ ਕੀਤਾ ਆ, ਆਪਣੇ ਲਈ ਨਹੀਂ। ਹਾਲੇਲੂਇਆ। ਯਿਸੂ ਦੀ ਵਡਿਆਈ ਹੋਵੇ, ਯਿਸੂ ਦਾ ਧੰਨਵਾਦ ਹੋਵੇ। ਹਾਲੇਲੂਇਆ, ਹਾਲੇਲੂਇਆ। ਇਹ ਖੁਦਾ ਨੂੰ ਆਪਾਂ ਜਵਾਬ ਦੇਣਾ, ਪ੍ਰਭੂ ਮੈਂ ਤਾਂ ਇੱਕ ਨਿਕੰਮਾ ਜਿਹਾ ਨੌਕਰ ਆ। ਮਹਾਰਾਜਾ ਰਣਜੀਤ ਸਿੰਘ ਬਾਰੇ ਇੱਕ ਗੱਲ ਕਹੀ ਜਾਂਦੀ ਹੈ, ਉਹ ਕਹਿੰਦਾ ਹੁੰਦਾ ਸੀਗਾ, ਮੈਂ ਤਾਂ ਗੁਰੂ ਘਰ ਦਾ ਇੱਕ ਕੁੱਤਾ ਆ, ਮੈਂ ਉਸ ਤੋਂ ਵੱਧ ਕੁਛ ਨਹੀਂ ਆ। ਉਹ ਇੱਕ ਮਹਾਰਾਜਾ ਲੋਕਾਂ ਨੂੰ ਕਹਿ ਰਿਹਾ, ਮੈਂ ਤੇ ਗੁਰੂ ਘਰ ਦਾ ਇੱਕ, ਪਰ ਆਪਾਂ ਕੀ ਕਹੀਏ? ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਆਪਾਂ ਖੁਦਾ ਦੇ, ਆਪਾਂ ਇਹ ਕਹੀਏ ਪ੍ਰਭੂ ਮੈਂ ਇੱਕ ਨਿਕੰਮਾ ਨੌਕਰ ਹਾਂ, ਅਯੋਗ ਨੌਕਰ ਹਾਂ। ਆਪਣਾ ਸਿਰਫ ਮੈਂ ਫਰਜ਼ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਫਰਜ਼ ਦੇ ਵਿੱਚ ਵਫਾਦਾਰੀ ਅਤੇ ਇਮਾਨਦਾਰੀ ਹੋਣਾ ਬਹੁਤ ਜ਼ਰੂਰੀ ਹੈ। ਉਸ ਕੰਮ ਦੇ ਵਿੱਚ ਤੁਹਾਡੀ ਵਫਾਦਾਰੀ ਅਤੇ ਇਮਾਨਦਾਰੀ ਦਾ ਹੋਣਾ ਬਹੁਤ ਲਾਜ਼ਮੀ ਹੈ। ਜੇ ਹੈ, ਆਪਣੇ ਆਪ ਖੁਦਾ ਤੁਹਾਨੂੰ ਹੋਰ ਬਰਕਤਾਂ ਦੇਵੇਗਾ। ਉਸੇ ਹੀ ਟੈਲੈਂਟ, ਗੁਣ ਨੂੰ, ਬਰਕਤ ਨੂੰ ਦੁੱਗਣਾ ਚੁਗਣਾ ਕਰਕੇ ਤੁਹਾਨੂੰ ਵਾਪਸ ਪ੍ਰਦਾਨ ਕਰੇਗਾ। ਹਾਲੇਲੂਇਆ। ਯਿਸੂ ਦੀ ਵਡਿਆਈ ਹੋਵੇ, ਯਿਸੂ ਦਾ ਧੰਨਵਾਦ ਹੋਵੇ। ਹੁਣੇ ਤਾਂ ਆਪਾਂ ਖੁਦਾ ਨੂੰ ਗੱਲ ਕਹਿ ਦਿੱਤੀ, ਆਪਣੇ ਭੈਣਾਂ ਭਰਾਵਾਂ ਨਾਲ ਕੀ ਗੱਲ ਕਰਨੀ ਹੈ? ਭੈਣਾਂ ਭਰਾਵਾਂ ਨੂੰ ਆਪਾਂ ਇਹ ਕਹਿਣਾ ਹੈ, ਮੱਤੀ ਦੀ ਅੰਜੀਲ 25 ਅਧਿਆਇ ਦੀ 40 ਆਇਤ, 25 ਅਧਿਆਇ ਦੀ 40 ਆਇਤ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜਦੋਂ ਤੁਸੀਂ ਇਹਨਾਂ ਭੈਣਾਂ ਭਰਾਵਾਂ ਵਿੱਚੋਂ ਛੋਟੇ ਤੇ ਛੋਟੇ ਕਿਸੇ ਇੱਕ ਨਾਲ ਇੰਜ ਕੀਤਾ, ਤੁਸੀਂ ਸਮਝ ਲਓ ਕਿ ਇਹ ਮੇਰੇ ਨਾਲ ਹੀ ਕੀਤਾ। ਇਹ ਤੁਸੀਂ ਮੇਰੇ ਲਈ ਹੀ ਕੀਤਾ, ਕਿਸੇ ਹੋਰ ਦੇ ਲਈ ਨਹੀਂ ਕੀਤਾ, ਕਿਉਂਕਿ ਇਹਨਾਂ ਸਾਰਿਆਂ ਦੇ ਵਿੱਚ ਕੀ ਆ? ਮੈਂ ਹੀ ਵਾਸ ਕਰਦਾ ਆ। ਹਾਲੇਲੂਇਆ। ਯਿਸੂ ਦੀ ਵਡਿਆਈ ਹੋਵੇ, ਯਿਸੂ ਦਾ ਧੰਨਵਾਦ ਹੋਵੇ। ਹਾਲੇਲੂਇਆ, ਹਾਲੇਲੂਇਆ। ਹੁਣ ਪਿਆਰਿਓ, ਉਹਨੇ ਆਪਾਂ ਇਸੇ ਹੀ ਪਾਠ ਦੀਆਂ ਜੋ ਖਾਸ ਗੱਲਾਂ ਆ ਉਸ ਉਤੇ ਧਿਆਨ ਲਾਉਂਦੇ ਆ ਕਿ ਮਾਂ ਮਰੀਮ, ਜੇਕਰ ਉਹ ਕਹਿੰਦੀ ਜਬਰਾਇਲ ਫਰਿਸ਼ਤੇ ਨੂੰ, ਨਹੀਂ ਜੀ ਮੈਂ ਤਾਂ ਏਦਾਂ ਕਰ ਹੀ ਨਹੀਂ ਸਕਦੀ, ਨਾ ਜੀ, ਮੈਨੂੰ ਤਾਂ ਜਦੋਂ ਲੋਕਾਂ ਨੂੰ ਪਤਾ ਲੱਗਾ, ਲੋਕਾਂ ਨੇ ਮੈਨੂੰ ਪੱਥਰ ਮਾਰ ਮਾਰ ਕੇ ਉਸੇ ਵੇਲੇ ਗਲੀ ਵਿੱਚ, ਚੌਂਕ ਚੌਰਾਹੇ ਦੇ ਵਿੱਚ ਲਿਆ ਕੇ ਮੈਨੂੰ ਮਾਰ ਦੇਣਾ ਆ। ਏਦਾਂ ਦੀ ਸਜ਼ਾ ਹੁੰਦੀ ਸੀ। ਹੁਣ ਵੀ ਏਦਾਂ ਹੀ ਆ, ਕਿਤੇ
ईरान इराक विच तुसीं सुनोगे जाओगे, कोई भी औरत इदां दे किदा केस विच जेकर उहनूं फड़ लिया जावे, ਉਹਦੇ ਦੋਵੇਂ ਹੱਥਾਂ ਨੂੰ ਇਦਾਂ ਪਿੱਛੇ ਬੰਨ੍ਹ ਦਿੱਤਾ ਜਾਂਦਾ, ਉਹਦੇ ਲੱਕ ਜਿੰਨਾ ਜ਼ਮੀਨ ਦੇ ਵਿੱਚ ਟੋਇਆ ਕੱਢਿਆ ਜਾਂਦਾ, ਉਹਨੂੰ ਅੱਧੀ ਨੂੰ ਇਦਾਂ ਦੱਬ ਦਿੱਤਾ ਜਾਂਦਾ, ਨਾ ਉਹ ਹਿਲ ਸਕਦੀ ਆ ਨਾ ਉਹ ਬਾਹਰ ਨਿਕਲ ਸਕਦੀ ਆ। ਫਿਰ ਕੀ ਹੁੰਦਾ, ਪਹਿਲਾ ਪੱਥਰ ਉਹਦੇ ਜੋ ਉਹਦਾ ਜੋ ਬਾਪ ਹੈ ਪਿਤਾ ਆ ਉਹਨੂੰ ਕਿਹਾ ਜਾਂਦਾ ਤੂੰ ਇਹਦਾ ਪਹਿਲਾ ਪੱਥਰ ਮਾਰ। ਫਿਰ ਉਹਦੇ ਜਾਂ ਬੱਚੇ ਹੋਣਗੇ ਜਾਂ ਪਤੀ ਹੋਣਗੇ ਜਾਂ ਭੈਣ ਜਾਂ ਘਰ ਦੇ ਪਰਿਵਾਰ ਦੇ ਮੈਂਬਰਾਂ ਨੂੰ ਕਹਿਣਗੇ ਇਹਨੂੰ ਪੱਥਰ ਮਾਰੋ, ਤੁਸੀਂ ਸ਼ੁਰੂ ਕਰੋ, ਫਿਰ ਬਾਕੀ ਸਾਰੇ। ਇਦਾਂ ਦੀ ਸਜ਼ਾ ਹੁੰਦੀ ਸੀ ਉਹਨਾਂ ਦਿਨਾਂ ਦੇ ਵਿੱਚ। ਕਿਸੇ ਵੀ ਭੈਣ ਦੇ ਨਾਲ ਇਦਾਂ ਦਾ ਕੋਈ ਕੇਸ ਹੋ ਜਵੇ, ਇਦਾਂ ਨਹੀਂ ਸੀ। ਮਾਂ ਮਰੀਮ ਨੇ ਕੁਝ ਨਹੀਂ ਇਦਾਂ ਸੋਚਿਆ, ਮਾਂ ਮਰੀਮ ਨੇ ਕੋਈ ਗੱਲ ਕਹੀ ਹੈ ਉਸਨੂੰ। ਲੂਕਾ ਦੀ ਅੰਜੀਲ 1 ਅਧਿਆਇ ਦੀ 38 ਹੈ। ਮਰੀਮ ਨੇ ਕਿਹਾ, ਵੇਖ ਮੈਂ ਪ੍ਰਭੂ ਦੀ ਦਾਸੀ ਹਾਂ, ਤੇਰੇ ਵਚਨ ਦੇ ਮੁਤਾਬਕ ਮੇਰੇ ਨਾਲ ਹੋਵੇ। ਹਾਲੇਲੂਇਆ, ਹਾਲੇਲੂਇਆ। मतलब कि खुदा ने मैनू इस योग समझिया कि मैं ये काम करा। खुदा ने इस योग्यता नू, इस गुण नू मेरे विच वेख्या, उस गुण नू, उस बरकत नू, कृपा नू खुदा ने मेरे विच वधाउण दी मेहर कीती है। इस करके मैं उस तों ना नहीं करना चाहती। जिस तरह तेरा वचन है उस तरह मेरे नाल होवे। हालेलुया, हालेलुया। मेरे प्यारियो, अपने इस कैथलिक ईमान दी जो रखिया आ, इस नूं वधाउणा आ घटाउणा आ तुहाडे हत्थां दे विच है। ਇਹ ਨਾ ਸੋਚੋ ਕਿ ਇੱਥੇ ਪਾਕ ਮਾਰ ਦੀਆਂ ਕੁਰਬਾਨੀਆਂ ਚੜਾਈਆਂ ਜਾਂਦੀਆਂ ਆ, ਹੋਰ ਕੁਝ ਨਹੀਂ ਕੀਤਾ ਜਾਂਦਾ, ਉਹੀ ਸਾਰਾ ਕੁਝ ਹੈ। ਬਾਕੀ ਕੋਈ satsang, ਕੋਈ ਬਾਈਬਲ ਕਨਵੈਨਸ਼ਨ ਜਾਂ ਹੋਰ ਕੁਝ ਵੀ ਇਸ ਪਾਕ ਮਾਰ ਦੀ ਕੁਰਬਾਨੀ ਤੋਂ ਵੱਡੀ ਚੀਜ਼ नहीं है। यही चीज है, यही कुर्बानी है, बलि है जो 2000 साल तो चली आ रही है, जिसने कलीसिया नूं की कीता होया है, इकट्ठे रखा होया है। इस अलतार ते जदों खुदा उतरदा है अपने प्रोतां दीयां दुआवां दे राही, जेड़े भैन भरा श्रद्धा ईमान दे नाल अलतार दे सामने विराजमान हुंदे आ, वो सारे खुदा को बरकतां हासिल करके जांदे आ, बरकतां ते बरकतां हासिल करके जांदे आ। जेकर इस गल नूं आपां समझदे आ ਤਾਂ ਅਸੀਂ ਕੀ ਕਰਾਂਗੇ, ਇਸ ਅਲਤਾਰ ਲਈ ਖੁਦਾ ਦਾ ਧੰਨਵਾਦ ਕਰਾਂਗੇ। ਖੁਦਾ ਨੇ ਸਾਡੇ ਪਿੰਡ ਵਿੱਚ ਇਹ ਅਲਤਾਰ ਨੂੰ ਸਥਾਪਿਤ ਕੀਤਾ ਹੈ, ਆਪਣੇ ਇਸ ਭਵਨ ਨੂੰ, ਇਸ ਹੈਕਲ ਨੂੰ ਸਥਾਪਿਤ ਕੀਤਾ ਹੈ। ਇਹ ਬਰਕਤਾਂ ਦਾ ਖੂਹ ਹੈ, ਇਹ ਚੱਲਦਾ ਫਿਰਦਾ ਨਹੀਂ ਹੈ। ਕਾਸ਼ ਇਹ ਚੱਲਦਾ ਫਿਰਦਾ ਹੁੰਦਾ, ਆਪਣੇ ਘਰ ਵਿੱਚ ਬੈਠੇ ਰਹਿੰਦੇ, ਹੋਮ ਡਿਲੀਵਰੀ ਹੋ ਜਾਂਦੀ, ਸਾਡੇ ਘਰ ਦੇ ਸਾਹਮਣੇ ਗਿਰਜਾ ਆ ਜਾਂਦਾ, 2 ਮਿੰਟ ਦੁਆ ਕਰ ਲੈਂਦੇ, ਗਿਰਜਾ ਫੇਰ ਅੱਗੇ, ਚੰਗਾ ਹੁੰਦਾ। होम डिलीवरी इदा नहीं है, खूह कदी चलता फिरता नहीं है। प्यासे नूं खूह दे कोल आउणा पैंदा है, लभ लभ के खूह दे कोल आउणा पैंदा कि खूह कित्थे है। हुण खूह दे आके आपां ऐ नहीं देखी जाना भी हाँ भी कोई मेहनत करनी पैनी है, पानी लिए आपां पानी कढने पैना है, बाल्टी सुट्टांगे, कोई सुट्टांगे, पानी पीवांगे, प्यास। ये बरकतां दा खूह है, इत्थे तुहानूं आउण दी लोड़ है, गिरजे नूं किते आउण जाण दी लोड़ नहीं है। इस गल नूं जेकर इस लोड़ नूं जिद्दन समझांगे, निरंतर रहांगे मेरे प्यारियो, हर रोज इस गिरजे के सामने, इस अवतार के सामने सिजदा करके जावांगे, खुदा दी बरकतां हासिल करके जावांगे। किसी नूं दिखाउण दी लोड़ नहीं है, किसी नूं दस्सण दी लोड़ नहीं है। मैं ते मेरा खुदा गुप्त विच मैं कोई काम कर रहा हां, इस चंगे कीते काम दा गुप्त विच ही खुदा मैनूं फल अते बरकत देवेगा। हालेलुया। तो यीशु दी वडियाई होवे, यीशु दा धन्नवाद होवे। आओ प्यारो अज दे दिल ने प्रभु दा धन्नवाद करिए। मां मरियम दी जो सिफारिश है सब तो महान अते शक्तिशाली सिफारिश है, कदी भी खुदा मां मरियम सिफारिश नूं इनकार नहीं करदा। उस दिन ही आपां प्रभु दी अलतार उत्ते अपनियां अर्जां मिन्नतां चढ़ाउंदे होए बरकतां हासिल करन दी कोशिश करिए।